अस्सलामुअलैकुम। की हाल चाल है ਤੁਹਾਡਾ? ठीक ठाक हो तुसी सारे? कैसी तबीयत है ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਨਾਲੋਂ ਨਾਲ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਥੋੜਾ ਜਿਹਾ ਮਹਿਕਮਾ ਮੌਸਮੀਆਤ ਦੇ ਹਵਾਲੇ ਦੇ ਨਾਲ ਕਿ ਠੰਡ ਬਦਸਤੂਰ ਹੈਗੀ ਏ। ਤੇ ਇਹ ਤੇ ਰੋਜ਼ ਦੀ ਕਹਾਣੀ, ਇਹ ਜੁਮਲਾ ਮੇਰੇ ਵੱਲੋਂ ਤੁਸੀਂ ਪੱਕਾ ਪੱਕਾ ਯਾਦ ਕਰ ਲਵੋ। ਤੇ ਹੁਣ ਅਸੀਂ ਅੱਗੇ ਚੱਲਨੇ ਆ, ਜਿਹੜਾ ਅਸੀਂ ਨਾਇਬ ਜ਼ਮਾਨਿਆਂ ਦੇ ਹਵਾਲੇ ਨਾਲ ਜ਼ਿਕਰ ਕਰ ਰਹੇ ਸਾਂ ਕਿ ਸ਼ਾਦੀ ਵੀ ਹੋ ਗਈ, ਵਲੀਮਾ ਵੀ ਹੋ ਗਿਆ, ਮਹਿੰਦੀ, ਸਾਰੀਆਂ ਰਸਮਾਂ ਹੋ ਗਈਆਂ। ਹੁਣ ਬਚਿਆ ਸੀ ਮਕਲਾਵਾ। ਮਕਲਾਵਾ ਇਸ ਤਰ੍ਹਾਂ ਹੁੰਦਾ ਸੀ ਕਿ ਰਸਮ ਜਿਹੜੀ ਹੁੰਦੀ ਸੀ ਕਿ ਜਦੋਂ ਕੁੜੀ ਵਾਲੇ ਮੁੰਡੇ ਵਾਲਿਆਂ ਵੱਲ ਤੇ ਆਉਂਦੇ ਸਨ ਵਲੀਮਾ ਖਾਣ, ਤੇ ਫਿਰ ਉਹ ਕੁੜੀ ਤੇ ਮੁੰਡੇ ਨੂੰ ਆਪਣੇ ਨਾਲ ਲੈ ਕੇ ਆਉਂਦੇ ਸਨ। ਕਿ ਉਹ ਜਦੋਂ ਵਾਪਸ ਆਪਣੇ ਘਰ ਆਉਂਦੇ ਸਨ, ਕੁੜੀ ਮੁੰਡਾ ਉਹਨਾਂ ਦੇ ਨਾਲ ਆਉਂਦਾ ਸੀ। ਤੇ ਚਲੋ ਬਈ ਉਹ ਦੁल्हा दुल्हन ਨਾਲ ਆ ਗਏ ਤੇ ਇੱਥੇ ਫਿਰ ਉਹ ਠਹਿਰੇ 1 ਜਾਂ 2 ਦਿਨ। ਤੇ ਫਿਰ ਉਹਨਾਂ ਨੂੰ ਲੈਣ ਵਾਸਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਨਾ, ਕੋਈ ਮਾਮੀ, ਕੋਈ ਚਾਚੀ, ਜੋ ਵੀ ਮਤਲਬ 2-4 ਬੰਦੇ ਫਿਰ ਜਾਂਦੇ ਸਨ ਮਕਲਾਵਾ ਲੈਣ ਵਾਸਤੇ, ਵੀ ਜਾਓ ਵੀ ਮਕਲਾਵਾ ਲੈ ਕੇ ਆ ਜਾਵੋ, ਕੁੜੀ ਮੁੰਡੇ ਦਾ ਮਕਲਾਵਾ ਲੈਣ ਚੱਲੇ ਆ। ਉਹਦਾ ਵੀ ਬੜਾ ਇhtਮਾਮ ਹੁੰਦਾ ਸੀ। ਔਰ ਫਿਰ ਕੱਪੜੇ ਛਪੜੇ ਪਾਣੇ ਕਰਨੇ ਜਾਣਾ। ਔਰ ਅੱਗੇ ਵੀ ਇhtਮਾਮ ਕੀਤਾ ਹੁੰਦਾ ਸੀ ਸਾਰਿਆਂ ਨੇ ਕਿ ਬਈ ਮਕਲਾਵਾ ਲੈਣ ਵਾਸਤੇ ਆ ਰਹੇ ਨੇ ਤੇ ਉਹਨਾਂ ਵਾਸਤੇ ਖਾਣਾ ਛਾਣਾ ਔਰ ਜੋ ਵੀ ਲਵਾਜ਼ਮਾਤ ਹੁੰਦੇ ਸਨ ਉਹ ਕੀਤੇ ਜਾਂਦੇ ਸਨ। ਤੇ ਫਿਰ ਇਸ ਤਰ੍ਹਾਂ ਉਹ ਆਉਂਦੇ ਸਨ, ਬੈਠਦੇ ਸਨ, ਗੱਪਸ਼ਪ ਕਰਦੇ ਸਨ, ਫਿਰ ਕੁੜੀ ਮੁੰਡਾ ਉਹਨਾਂ ਦੇ ਨਾਲ ਵਾਪਸ ਮੁੜਦੇ ਸਨ। ਤੇ ਉਹ ਫਿਰ ਉਹਨਾਂ ਨੂੰ ਕੱਪੜੇ ਦੇ ਕੇ ਰੁਖਸਤ ਕੀਤਾ ਜਾਂਦਾ ਸੀ। ਕੁਝ 2 ਜੋੜੇ ਕੁੜੀ ਨੂੰ ਵੀ ਦਿੱਤੇ ਜਾਂਦੇ ਸਨ। ਫਿਰ ਉਹਦੇ ਜਿਹੜੇ ਜਿੰਨੇ ਵੀ ਲੋਕ ਆਉਂਦੇ ਸਨ ਨਾ, 4 ਜਾਂ 5 ਜਾਂ 6 ਜਿੰਨੇ ਵੀ ਲੋਕ ਆਉਂਦੇ ਸਨ ਮਕਲਾਵਾ ਲੈਣ ਵਾਸਤੇ, ਉਹਨਾਂ ਨੂੰ ਜੋੜੇ ਦਿੱਤੇ ਜਾਂਦੇ ਸਨ। ਤੇ ਇਸ ਤਰ੍ਹਾਂ ਫਿਰ ਨਾਲ ਮਿਠਾਈ ਦਿੱਤੀ ਜਾਂਦੀ ਸੀ ਤੇ ਚਲੋ ਮਕਲਾਵਾ ਮੁੜਦਾ ਸੀ ਵਾਪਸ। ਤੇ ਫਿਰ ਉੱਥੇ ਜਦੋਂ ਮਕਲਾਵਾ ਮੁੜਦਾ ਸੀ, ਫਿਰ ਉਹੀ ਸਾਰੀਆਂ ਔਰਤਾਂ ਦੀ ਜਿਹੜੀ ਮਸ਼ਗਲਾ ਹੁੰਦਾ ਹੈ ਬਈ ਕੀ ਮਿਲੀ ਆਵੇ ਤੁਹਾਨੂੰ, ਸਾਰਿਆਂ ਨੂੰ ਜੋੜੇ ਦਿਖਾਏ ਜਾਂਦੇ ਸਨ ਤੇ ਸਾਰਿਆਂ ਨੂੰ ਮਿਠਾਈ ਵੰਡੀ ਜਾਂਦੀ ਸੀ ਔਰ ਜੋੜੇ ਦਿਖਾਏ ਜਾਂਦੇ ਸਨ। ਕੁੜੀ ਨੂੰ ਜਾਂ 2 ਜੋੜੇ ਦਿੱਤੇ ਜਾਂਦੇ ਸਨ। ਅੰਮਾ ਸਾਡੇ ਦੱਸਦੇ ਨੇ ਕਿ 2.5 ਜੋੜੇ ਵੀ ਦਿੱਤੇ ਜਾਂਦੇ ਸਨ। ਤੇ ਮੈਂ ਇੰਨਾ ਹੱਸਦੀ ਹੋਣੀ ਸੀ, ਮੈਂ ਕਿਹਾ ਅੰਮਾ 2.5 ਜੋੜਿਆਂ ਦਾ ਕੀ ਹਿਸਾਬ ਹੋਇਆ? ਅੰਮਾ ਕਹਿਣਗੇ ਸਿੱਧੇ ਜ਼ਮਾਨੇ ਸਨ, ਕਿਤੇ ਬਈ ਹੋ ਗਿਆ ਕਿ ਕੋਈ ਪੂਰਾ ਸੂਟ ਨਹੀਂ ਹੈ ਕਿ ਵੀ ਦੁਪੱਟਾ ਕਮੀਜ਼ ਪਈ ਹੈ ਘਰ, ਤੇ ਚਲੋ ਕਹਿਣਾ ਵੀ 2.5 ਜੋੜੇ ਲਾ ਦੇਵੋ। ਉਦੋਂ ਸਿੱਧੇ ਜ਼ਮਾਨੇ ਹੁੰਦੇ ਸਨ। ਫਿਰ 3 ਵੀ ਲੋਕ ਦੇ ਦਿੰਦੇ ਸਨ, 2 ਵੀ, 1 ਵੀ। ਇਸ ਤਰ੍ਹਾਂ ਫਿਰ ਜੋੜਾ ਬੱਚੀ ਨੂੰ ਵੀ ਜੋੜੇ ਦਿੱਤੇ ਜਾਂਦੇ ਸਨ। ਤੇ ਇਸ ਤਰ੍ਹਾਂ ਹੀ ਫਿਰ ਮਕਲਾਵੇ ਜਿਹੜੇ ਲੈਣ ਆਉਂਦੇ ਸਨ, ਜਿਹੜੇ ਲੈਣ ਵਾਸਤੇ ਆਉਂਦੇ ਸਨ, ਉਹ ਵੀ ਮਿਠਾਈ ਲੈ ਕੇ ਆਉਂਦੇ ਸਨ ਕਿ ਵੀ ਸਾਰੇ ਰਿਸ਼ਤੇਦਾਰਾਂ ਵੱਲ ਵੰਡੀ ਜਾਂਦੀ ਸੀ। ਜਿਹੜੇ ਉੱਥੇ ਹੁੰਦੇ ਸਨ ਉਹ ਖਾਂਦੇ ਸਨ, ਬਾਕੀ ਮੁਹੱਲੇ 'ਚ ਭੇਜੀ ਜਾਂਦੀ ਸੀ ਮਕਲਾਵਾ ਲੈਣ ਵਾਸਤੇ ਸਸੁਰਾਲ ਵਾਲੇ ਆਏ ਨੇ। ਤੇ ਉਹ ਫਿਰ ਬੜਾ ਇhtਮਾਮ ਹੁੰਦਾ ਸੀ ਮਕਲਾਵੇ ਦਾ, ਸ਼ਾਦੀ ਤੋਂ ਬਾਅਦ ਕਿ ਵੀ ਮਕਲਾਵਾ ਆਇਆ ਹੋਵੇ ਤੇ ਮਕਲਾਵਾ ਵਾਪਸ ਪਹੁੰਚਿਆ ਹੋਵੇ। ਤੇ ਇਹ ਰਸਮਾਂ ਬੜੀਆਂ ਅੱਛੀਆਂ ਸਨ। ਹੁਣ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦੀ ਰਸਮ ਨਹੀਂ ਹੈ। ਕੁੜੀ ਮੁੰਡਾ ਖੁਦ ਹੀ ਆ ਜਾਂਦੇ ਨੇ, ਦੂਸਰੇ ਤੀਸਰੇ ਦਿਨ ਫਿਰ ਜਾਂਦੇ ਨੇ, ਮਤਲਬ ਟਾਈਮ ਹੀ ਨਹੀਂ ਹੁੰਦਾ ਲੋਕਾਂ ਦੇ ਕੋਲ। ਤੇ ਫਿਰ ਅਗਰ ਆਉਂਦੇ ਵੀ ਨੇ ਤਾਂ ਕਹਿੰਦੇ ਅਸੀਂ ਖੁਦ ਹੀ ਆ ਜਾਵਾਂਗੇ। ਬਈ ਸਾਰੇ ਆਪਣੀ ਸ਼ਾਦੀ ਨਿਪਟਦੀ ਹੈ ਤਾਂ ਦੌੜਨ ਦੀ ਕਰਦੇ ਨੇ, ਸਾਰਿਆਂ ਨੂੰ ਆਪਣੇ ਕੰਮਾਂ ਕਾਰਾਂ 'ਤੇ ਪਹੁੰਚਣਾ ਹੁੰਦਾ ਵੇ। ਤੇ ਇਹ ਚੀਜ਼ ਜਿਹੜੀ ਹੈ ਹੁਣ ਬਿਲਕੁਲ, ਇਹ ਰਸਮ ਜਿਹੜੀ ਨਾ ਸਾਡੀ ਖਤਮ ਹੋ ਗਈ ਹੈ। ਤੇ ਮਕਲਾਵਾ ਵੀ ਬੜੇ ਸ਼ੌਕ ਨਾਲ ਆਉਂਦਾ ਸੀ ਤੇ ਸ਼ੌਕ ਨਾਲ ਦਿੱਤਾ ਜਾਂਦਾ ਸੀ। ਤੇ ਥੋੜ੍ਹੇ ਜਿਹਾ ਮੈਂ ਜ਼ਿਕਰ ਕਰਦਾ, ਬਸ ਇਹ ਸਾਦੀ ਜੀ ਰਸਮ ਹੁੰਦੀ ਸੀ, ਕੋਈ ਇਹਦੇ ਵਿੱਚ ਕੁਛ ਐਸਾ ਨਹੀਂ ਹੁੰਦਾ ਸੀ, ਕੁਛ ਸ਼ੋਸ਼ਾ। ਬਸ ਆ ਗਏ ਤੇ ਉਹ ਕੁੜੀ ਮੁੰਡਾ ਖੁਸ਼ ਹੁੰਦੇ ਸਨ, ਉੱਥੇ ਰਹੇ ਨੇ। ਫਿਰ ਸਸੁਰਾਲ ਆਏ ਨੇ, ਮੁੰਡਾ ਆਪਣੇ ਸਸੁਰਾਲ ਆਇਆ ਵੇ ਤੇ ਬੜੇ ਬੜੇ ਖੁਸ਼ ਹੈ, ਨਵੀਂ ਨਵੀਂ ਸ਼ਾਦੀ ਹੋਈ ਹੈ, हैप्पी हैप्पी हो रहे ने। आए हो मेरी जिंदगी में तुम बहार बन के, मेरे दिल में यूं ही रहना, हाय मेरे दिल में यूं ही रहना, तुम प्यार प्यार बन के आए हो मेरी जिंदगी में तुम बहार बन के। ते आए हो मेरी जिंदगी में तुम बहार बन के। चलो जी मियाँ बीवी ने आती है तो फिर अगे फिर नाल नाल चलदा सी चीज़ां। फिर जो बच्ची, थोड़ा जिहा मैं उस हवाले दे नाल जिक्र कर देवां कि बच्ची दे जिहड़े कपड़े दित्ते जांदे सन, मकलावे दी रस्म दा भी दस दित्ता, थोड़ा मैं दस दित्ता कि बच्ची दे जिहड़े कपड़े दित्ते सन अनस्टिच कपड़े उह च ज़्यादा हुंदे सन। सादे कपड़े टांक दित्ते जांदे सन, 2 4 6 सूट सवाले जांदे सन कि भी बस बहुत ने। बाकी 20-22 जोड़े 25 जोड़े बच्ची दे हुंदे सन, कोई 20, कोई 25, कोई 21, अपनी इस्तेताब के हिसाब नाल माँ बाप देंदे सन। लेकिन चलो जिन्ने भी जोड़े दिते ने, 20 भी दिते ने ना, तो उहदे चों 6
5 6 7 ਜੋੜੇ ਬਸ ਸਵਾਏ ਜਾਂਦੇ ਸਨ, ਬਾਕੀ ਸਾਰੇ ਜੋੜੇ ਟਾਂਕ ਦਿੱਤੇ ਜਾਂਦੇ ਸਨ ਕਿ ਵੀ ਹੁਣ ਤੂੰ ਵਕਤਨ ਫਵਕਤਨ ਬੱਚੀ ਨੂੰ ਜਦੋਂ ਜ਼ਰੂਰਤ ਪਵੇਗੀ ਉਹ ਕੱਢੇਗੀ, ਉਹ ਸਵਾ ਲਏਗੀ। ਜਾਂਦੇ ਹੀ ਬੱਚੀਆਂ ਇਸ ਤਰ੍ਹਾਂ ਕੱਪੜੇ ਦੀ ਡਿਮਾਂਡਸ ਨਹੀਂ ਕਰਦੀਆਂ ਸਨ ਕਿ ਅਸੀਂ ਹੁਣ ਕੱਪੜੇ ਲੈਣੇ ਨੇ, ਅਸੀਂ ਇਹ ਲੈਣਾ ਵੀ। ਉਹ ਬਸ ਜਦੋਂ ਉਹਨਾਂ ਦਾ ਦਿਲ ਕਰਦਾ ਸੀ ਆਪਣਾ ਟਰੰਕ ਖੋਲ੍ਹਦੀਆਂ ਸਨ, ਇੱਕ ਜੋੜਾ ਆਪਣਾ ਅਨਸਟਿਚ ਚੋਂ ਕੱਢਿਆ। ਕੁਛ ਵਰੀ ਦੇ ਵੀ ਇਸ ਤਰ੍ਹਾਂ ਹੀ ਅਨਸਟਿਚ ਲਾ ਦਿੱਤੇ ਜਾਂਦੇ ਸਨ ਕਿ ਚਲੋ ਜਦੋਂ ਦੁਲਹਨ ਨੂੰ ਜ਼ਰੂਰਤ ਹੋਏਗੀ ਉਹ ਆਪਣਾ ਸਵਾ ਲਏਗੀ ਤੇ ਪਾ ਲਏਗੀ। ਤੇ ਉਹ ਫਿਰ ਉਹਦੇ ਵਿੱਚੋਂ ਹੀ ਆਪਣਾ ਕੱਢਦੀ ਸੀ। ਔਰ ਉਹ 2-2 ਸਾਲ ਤੱਕ, 2.5 ਸਾਲ ਤੱਕ ਬੱਚੀਆਂ ਕੱਪੜਾ ਸਸੁਰਾਲ ਵਾਲਿਆਂ ਕੋਲੋਂ ਨਹੀਂ ਮੰਗਦੀਆਂ ਸਨ, ਕਿਉਂਕਿ ਉਹਨਾਂ ਕੋਲ ਇੰਨਾ ਹੁੰਦਾ ਸੀ ਕਿ ਉਹ ਫਿਰ ਜਦੋਂ ਕਦੀ ਕੋਈ ਸ਼ਾਦੀ ਵਿੱਚ ਆ ਜਾਣੀ, ਕੋਈ ਅਸੀਂ ਤਕਰੀਬ ਹੈ, ਕੋਈ ਈਦ ਹੈ, ਉਹ ਆਪਣੇ ਟਰੰਕ ਨੂੰ ਫਰੋਲਦੀਆਂ ਸਨ ਫੌਰਨ, ਤੇ ਉਹਦੇ ਵਿੱਚੋਂ ਜਿਹੜਾ ਜੋੜਾ ਚੰਗਾ ਲੱਗਣਾ ਤੇ ਉਹ ਫਿਰ ਉਹਨਾਂ ਨੇ ਸਵਾ ਲੈਣਾ। ਇਸ ਤਰ੍ਹਾਂ ਨਹੀਂ, ਅੱਜ ਕੱਲ੍ਹ ਤੇ ਸ਼ਾਦੀ 'ਤੇ ਵੀ ਖਾਸੇ ਮਹਿੰਗੇ ਮਲਬੂਸਾਤ ਪਾਏ ਜਾਂਦੇ ਨੇ, ਤੇ ਬਸ ਆਉਂਦੇ ਹੀ ਬੱਚੀਆਂ ਫੌਰਨ ਸ਼ਾਪਿੰਗ ਸ਼ੁਰੂ ਕਰ ਦਿੰਦੀਆਂ ਨੇ ਕਿ ਅਸੀਂ ਇਹ ਚੀਜ਼ ਲੈਣੀ, ਇਹ ਚੀਜ਼ ਲੈਣੀ। ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ। ਮੇਰੀ ਖੁਦ ਆਪਣੀ ਜਦੋਂ ਮੇਰੀ ਸ਼ਾਦੀ ਹੋਈ ਹੈ, ਯਕੀਨ ਮੰਨੋ ਕਿ ਮੈਂ 2.5-3 ਸਾਲ ਬਾਅਦ ਮੇਰੇ 2.5 ਸਾਲ ਬਾਅਦ ਤਕਰੀਬਨ ਮੇਰੇ ਦੇਵਰ ਦੀ ਸ਼ਾਦੀ ਆਈ ਨਾ, ਉਹ ਤੇ ਮੈਂ ਪਹਿਲੀ ਦਫਾ ਇੱਕ ਜੋੜਾ ਖਰੀਦਿਆ ਸੀ। ਕਿ ਵਰਨਾ ਕੋਈ ਸ਼ਾਦੀ ਤੋਂ ਬਾਅਦ ਕੋਈ ਕੱਪੜੇ ਦੀ ਖਰੀਦਾਰੀ ਨਹੀਂ ਹੋਈ ਸੀ। ਜਦੋਂ ਮੇਰੇ ਦੇਵਰ ਦੀ ਸ਼ਾਦੀ ਹੋਈ, ਅਸੀਂ ਬਰੀ ਲੈਣ ਵਾਸਤੇ ਗਏ, ਉਦੋਂ ਫਿਰ ਮੈਂ ਇੱਕ ਜੋੜਾ ਖਰੀਦਿਆ। 2 ਜੋੜੇ ਮੈਂ ਆਪਣੇ ਟਰੰਕ ਵਿੱਚੋਂ ਬਰਾਮਦ ਕੀਤੇ ਤੇ ਉਹ ਸਵਾਏ ਕਿ ਬਈ ਚਲੋ ਮਹਿੰਦੀ ਦਾ, ਬਰਾਤ ਦਾ, ਵਲੀਮੇ ਦਾ। ਇੱਕ ਵਲੀਮੇ ਵਾਸਤੇ ਜੋੜਾ ਖਰੀਦਿਆ ਗਿਆ ਸੀ ਬਰੀ ਦੇ ਨਾਲ ਮੇਰਾ। ਬਾਕੀ ਇਸ ਤਰ੍ਹਾਂ ਜ਼ਿਆਦਾਤਰ ਬੱਚੀਆਂ ਇਸ ਤਰ੍ਹਾਂ ਹੁੰਦੀਆਂ ਸਨ ਕਿ ਇਸ ਤਰ੍ਹਾਂ ਕੱਪੜਾ ਬਹੁਤ ਜ਼ਿਆਦਾ ਬੱਚੀਆਂ ਡਿਮਾਂਡ ਨਹੀਂ ਕਰਦੀਆਂ ਸਨ, ਆ ਕੇ ਉਸ ਘਰ 'ਚ ਸਮਝਣ ਦੀ ਕੋਸ਼ਿਸ਼ ਕਰਦੀਆਂ ਸਨ। ਉਹਨਾਂ ਘਰ ਵਾਲਿਆਂ ਦੇ ਉੱਤੇ ਇੱਕਦਮ ਨਹੀਂ ਕਰਦੀਆਂ ਸਨ, ਉਹ ਆਪਣੀ ਜਗ੍ਹਾ, ਆਪਣੇ ਖਿਦਮਤ ਨਾਲ, ਆਪਣੇ ਮੁਕਾਮ ਦੇ ਨਾਲ ਉਹਦੇ ਨਾਲ ਬਣਾਉਂਦੀਆਂ ਸਨ, ਮਿਹਨਤ ਦੇ ਨਾਲ। ਤੇ ਇਸ ਤਰ੍ਹਾਂ ਬੇਜਾ ਡਿਮਾਂਡਸ ਨਹੀਂ ਹੁੰਦੀ ਸੀ। ਤੇ ਕਿ ਆਂਦੀ ਬੱਚੀ ਸ਼ੁਰੂ ਹੋ ਜਾਏਗੀ, ਤੇ ਮਾਂ ਬਾਪ ਵੀ ਬੜਾ ਸਮਝਾ ਕੇ ਬੱਚੀ ਨੂੰ ਭੇਜਦੇ ਸਨ ਕਿ ਬੇਟਾ ਅਸੀਂ ਤੈਨੂੰ ਜ਼ਰੂਰਤ ਦੀ ਹਰ ਚੀਜ਼ ਦਿੱਤੀ, ਤੈਨੂੰ ਹਰ ਦੇ ਰਹੇ ਹਾਂ, ਪਰ ਤੂੰ ਉਹਨਾਂ ਨੂੰ ਤੰਗ ਨਾ ਕਰੀ, ਤੂੰ ਉਹਨਾਂ ਨੂੰ ਪਰੇਸ਼ਾਨ ਨਾ ਕਰੀ। ਜਿਹੜੀ ਚੀਜ਼ ਦੀ ਤੈਨੂੰ ਜ਼ਰੂਰਤ ਤੂੰ ਆਪਣੇ ਕੱਢੀ, ਆਪਣਾ ਇਸਤੇਮਾਲ ਕਰੀ, ਪਰ ਦੂਸਰਿਆਂ ਨੂੰ ਪਰੇਸ਼ਾਨ ਨਾ ਕਰੀ। ਤੇ ਮਾਂ ਬਾਪ ਵੀ ਇਸ ਤਰ੍ਹਾਂ ਹੀ ਆਪਣੀ ਬੱਚੀਆਂ ਨੂੰ ਸਮਝਾ ਬੁਝਾ ਕੇ ਭੇਜਦੇ ਸਨ। ਹੁਣ ਐਵੇਂ ਕਿ ਜ਼ਮਾਨਾ ਇਸ ਤਰ੍ਹਾਂ ਆ ਗਿਆ ਵੇ ਕਿ ਕੁਛ ਮਾਂ ਬਾਪ ਵੀ ਇਸ ਤਰ੍ਹਾਂ ਦੀ ਥੋੜ੍ਹੀ ਸੋਚ ਹੋ ਗਈ ਹੈ ਕਿ ਕੁਛ ਲੋਕ ਕਹਿੰਦੇ ਨੇ ਕਿ ਸਾਡੀ ਬੱਚੀ ਕਿਸੇ ਦੀ ਗੁਲਾਮ ਬਣ ਕੇ ਨਹੀਂ ਜਾਏਗੀ। ਕੁਛ ਹਲੇ ਵੀ ਲੋਕ ਐਸੇ ਹੈਗੇ ਨੇ ਜਿਹੜੇ ਕਹਿੰਦੇ ਨੇ ਅਸੀਂ ਲੈ ਕੇ ਜਿਹੜੇ ਆ ਰਹੇ ਹਾਂ, ਅਸੀਂ ਇੱਕ ਖਿਦਮਤ ਗੁਜ਼ਾਰ ਲੈ ਕੇ ਆ ਰਹੇ ਹਾਂ, ਅਸੀਂ ਇੱਕ ਨੌਕਰਾਣੀ ਲੈ ਕੇ ਆ ਰਹੇ ਹਾਂ, ਬਸ ਉਹ ਆ ਕੇ ਇੱਕ ਨੌਕਰਾਣੀ ਸਾਡੇ ਘਰ 'ਚ ਆ ਜਾਏਗੀ। ਤੇ ਇਸ ਤਰ੍ਹਾਂ ਫਿਰ ਰਿਸ਼ਤੇ ਨਿਭਦੇ ਨਹੀਂ ਨੇ। ਜਦੋਂ ਅਗਰ ਮਾਂ ਬਾਪ ਵੀ ਆਪਣੀ ਬੱਚੀ ਨੂੰ ਸਮਝਾ ਕੇ ਉਦੋਂ ਭੇਜਦੇ ਸਨ ਕਿ ਬੇਟਾ ਉਸ ਘਰ 'ਚ ਜਾਣਾ ਵੇ, ਉਹ ਤੇਰੇ ਬੜੇ ਨੇ, ਉਹ ਜਿਸ ਤਰ੍ਹਾਂ ਤੈਨੂੰ ਕਹਿਣ ਤੂੰ ਉਸ ਤਰ੍ਹਾਂ ਉਹਨਾਂ ਦੇ ਕਹਿਣ 'ਤੇ ਚੱਲਣਾ ਵੇ, ਉਸ ਘਰ ਦਾ ਜਿਹੜਾ ਨਿਜ਼ਾਮ ਹੈ ਤੂੰ ਸਮਝਣਾ ਵੇ, ਉਸ ਘਰ ਦੇ ਜਿਹੜੇ ਤੌਰ ਤਰੀਕੇ ਨੇ ਤੂੰ ਅਪਣਾਣੇ ਨੇ। ਤੇ ਉਹ ਬੱਚੀ ਫਿਰ ਜਾ ਕੇ ਇੱਕ ਇੱਕ ਚੀਜ਼ ਦੇਖਦੀ ਸੀ, ਕਰਦੀ ਸੀ, ਖੁਦ ਜ਼ਰੂਰਤ ਨਹੀਂ ਕਰਦੀ ਸੀ, ਉਹ ਸਿਰਫ ਵਾਚ ਕਰਦੀ ਹੁੰਦੀ ਸੀ ਕਿ ਕਿਸ ਤਰ੍ਹਾਂ, ਕਿਹੜੇ ਟਾਈਮ ਨਾਲ ਉੱਠ ਰਹੇ ਨੇ, ਕਿਹੜੇ ਟਾਈਮ ਨਾਲ ਇਹਨਾਂ ਦੇ ਖਾਣੇ ਖਾਣ ਦਾ ਕੀ ਤਰੀਕਾ ਵੇ, ਇਹਨਾਂ ਦੇ ਉੱਠਣ ਬੈਠਣ ਦਾ ਕੀ ਤਰੀਕਾ। ਆਸਤਾ ਆਸਤਾ ਬੱਚੀ ਫਿਰ ਉਹ ਸਮਝਦੀ ਸੀ ਤੇ ਉਹਨਾਂ ਦੇ ਰੰਗ ਵਿੱਚ ਫਿਰ ਢਲਦੀ ਸੀ। ਤੇ ਇਸੇ ਤਰ੍ਹਾਂ ਫਿਰ ਜਿਹੜੇ ਲੈ ਕੇ ਜਾਂਦੇ ਸਨ ਉਹ ਵੀ ਫਿਰ ਆਪਣੀ ਬੱਚੀ ਬਣਾ ਕੇ, ਉਹ ਵੀ ਬੱਚੀ ਆਈਏ, ਥੋੜ੍ਹਾ ਜਿਹਾ ਉਹਨੂੰ ਟਾਈਮ ਦੇਵੋ, ਘਰ ਵਿੱਚ ਆਈਏ, ਨਵੀਂ ਬੱਚੀ ਹੈ ਕੁਝ। ਉਸ ਜ਼ਮਾਨੇ 'ਚ ਵੀ ਐਸੇ ਸਸੁਰਾਲ ਹੈਗੇ ਸਨ ਜਿਹੜੇ ਨਾ ਕੋ ਚਨੇ ਚਬਵਾ ਦਿੰਦੇ ਸਨ ਬੱਚੀਆਂ ਦੇ। ਮਾਂ ਬਾਪ ਪਰੇਸ਼ਾਨ ਹੋ ਜਾਂਦੇ ਸਨ ਕਿ ਅਸੀਂ ਆਪਣੀ ਧੀ ਕਿੱਥੇ ਰੋੜ ਦਿੱਤੀ। ਇਹ ਲਫ਼ਜ਼ ਹੁੰਦਾ ਸੀ ਕਿ ਆਪਣੀ ਧੀ ਕਿੱਥੇ ਰੋੜ ਦਿੱਤੀ ਅਸੀਂ। ਤੇ ਉਸ ਜ਼ਮਾਨੇ 'ਚ ਵੀ ਅੱਛੇ ਲੋਕ ਹੈਗੇ ਸਨ ਕਿ ਜਿਹੜੇ ਬੇਟੀਆਂ ਬਣਾ ਕੇ ਰੱਖਦੇ ਸਨ ਕਿ ਸਾਡੀ ਬੱਚੀਆਂ ਨੇ ਤੇ ਅਸੀਂ ਉਹਨਾਂ ਨੂੰ ਲੈ ਕੇ ਆਏ ਹਾਂ, ਹਮੇਸ਼ਾ ਲਈ ਸਾਡੇ ਘਰ 'ਚ ਆਈਆਂ ਨੇ। ਇੱਕ ਦੋ ਦਿਨ ਦੀ ਗੱਲ ਨਹੀਂ ਕਿ ਇਹਨਾਂ ਨੇ 1-2 ਦਿਨ ਬਾਅਦ ਚਲੀਆਂ ਜਾਣਗੀਆਂ, ਨਹੀਂ, ਇਹਨਾਂ ਨੇ ਸਾਡੇ ਨਾਲ ਹੀ ਰਹਿਣਾ ਵੇ। ਅਸੀਂ ਇਹਨਾਂ ਨਾਲ ਪਿਆਰ ਮੁਹੱਬਤ ਕਰਨੀ ਔਰ ਅਸੀਂ ਇਹਨਾਂ ਨੂੰ ਆਪਣਾ ਮਿਲ ਜੁਲ ਕੇ ਅਸੀਂ ਨਾਲ ਰਹਿਣਾ ਵੇ। ਤੇ ਇਸੇ ਤਰ੍ਹਾਂ ਪਰ ਅੱਜ ਵੀ ਇਸ ਤਰ੍ਹਾਂ ਦੇ ਹੀ ਲੋਕ ਹੈਗੇ ਨੇ। ਸੋਚ ਹਮੇਸ਼ਾ ਅੱਛੀ ਵੀ ਚੱਲਦੀ, ਮਾਸ਼ਰੇ ਵਿੱਚ ਬੁਰੀ ਵੀ ਚੱਲਦੀ ਹੈ। ਇਸ ਤਰ੍ਹਾਂ ਲੋਕ ਹਰ ਦੌਰ ਵਿੱਚ ਹੁੰਦੇ ਨੇ, ਲੇਕਿਨ ਜਿਹੜੀ ਸੋਚ ਜ਼ਿਆਦਾ ਹੁੰਦੀ ਹੈ ਉਹ ਫਿਰ ਜ਼ਿਆਦਾ ਮੰਨੀ ਜਾਂਦੀ ਹੈ ਗੱਲ ਕਿ ਵੀ ਇਹ ਰਿਵਾਜ ਹੈ ਜਾਂ ਇਹ ਚੀਜ਼ ਹੈ। ਅੱਜ ਕੱਲ੍ਹ ਵੀ ਇਸ ਤਰ੍ਹਾਂ ਦੇ ਲੋਕ ਹੈਗੇ ਨੇ, ਰਿਸ਼ਤੇ ਬਸ ਬੱਚੀਆਂ ਜਾਂਦੀਆਂ ਨੇ, ਬੜੀ ਕੋਸ਼ਿਸ਼ ਕਰਦੀਆਂ ਨੇ ਐਡਜਸਟ ਹੋ ਜਾਈਏ, ਅਸੀਂ ਉਹ ਕਰੀਏ, ਪਰ ਉਹ ਨਹੀਂ, ਅਗਲੇ ਬਸ ਐਸੇ ਟੱਕਰ ਜਾਂਦੇ ਨੇ, ਐਸੇ ਉਹ ਕਹਿੰਦੇ ਮੱਥੇ ਲੱਗ ਗਏ ਐਸੇ ਕਿ ਫਿਰ ਮਾਂ ਬਾਪ ਕੀ ਕਰਨ, ਮਜਬੂਰ ਹੋ ਜਾਂਦੇ ਨੇ। ਜਦੋਂ ਨਿਕਾਹ ਦੇ ਬੋਲ 'ਚ ਬੱਚੀ ਆ ਜਾਂਦੀ ਹੈ ਨਾ, ਫਿਰ ਬੜੀ ਮਜਬੂਰੀਆਂ ਹੋ ਜਾਂਦੀਆਂ ਨੇ। ਫਿਰ ਮਾਂ ਬਾਪ ਨੇ ਆਪਣੇ ਘਰ ਵੀ ਲੈ ਕੇ ਜਾਣਾ ਉਸ ਬੱਚੀ ਨੂੰ ਅਤੇ ਕਹਿਣਾ ਵੀ ਕਿ ਵੀ ਉਹਨਾਂ ਕੋਲ ਇਜਾਜ਼ਤ ਮੰਗਣੀ। ਨਿਕਾਹ ਦੇ ਬੋਲ ਦੇ ਨਾਲ ਹੀ ਮਾਂ ਬਾਪ ਦਾ ਇਖਤਿਆਰ ਖਤਮ ਹੋ ਜਾਂਦਾ ਉਸ ਬੱਚੀ ਦੇ ਉੱਪਰ
ਇਹ ਸਭ ਤੋਂ ਤਕਲੀਫ ਦੀ ਗੱਲ ਹੈ ਕਿ ਉਹ ਮਾਂ-ਬਾਪ ਜਿਹੜੇ ਇੰਨੀ ਮੁਹੱਬਤਾਂ ਨਾਲ ਪਾਲਦੇ ਨੇ, ਉਹ ਮਾਂ-ਬਾਪ ਜਿਹੜੇ ਇੱਕ ਸੂਈ ਵੀ ਨਹੀਂ ਚੁਭਣ ਦਿੰਦੇ ਆਪਣੀਆਂ ਧੀਆਂ ਨੂੰ, ਉਹਨਾਂ ਦਾ ਇੰਨਾ ਖਿਆਲ ਕਰਦੇ ਸਭ ਕੁਛ। ਫਿਰ ਉਹ ਮਾਂ-ਬਾਪ ਨੇ ਅਗਰ ਇੱਕ ਦਿਨ ਵੀ ਬੱਚੀ ਆਪਣੇ ਘਰ ਲੈ ਕੇ ਜਾਣੀ ਹੁੰਦੀ ਹੈ, ਅਗਲਿਆਂ ਦੇ ਦੇਖਣਾ ਪੈਂਦਾ ਹੈ, ਉਹਨਾਂ ਦਾ ਮੂਡ ਦੇਖਣਾ ਪੈਂਦਾ, ਉਹਨਾਂ ਕੋਲ ਇਜਾਜ਼ਤ ਮੰਗਣੀ ਪੈਂਦੀ ਹੈ। ਅਤੇ ਉਹ ਇਸ ਤਰ੍ਹਾਂ ਖੰਦਾ ਪਰੇਸ਼ਾਨੀ ਦੇ ਨਾਲ ਜਿਹੜੇ ਭੇਜ ਦਿੰਦੇ ਨੇ ਲੋਕ, ਉਹ ਫਿਰ ਅੱਜ ਦੇ ਜ਼ਮਾਨੇ 'ਚ ਵੀ ਅੱਛੇ ਲੋਕ ਹੈਗੇ ਨੇ, ਉਸ ਜ਼ਮਾਨੇ ਵਿੱਚ ਵੀ ਹੈਗੇ ਸਨ। ਜਿਹੜੇ ਜਿਹੜੇ ਮੱਕਾ ਇੱਥੇ ਭੈੜੇ, ਉਹ ਮੱਕੇ ਵੀ ਭੈੜੇ, ਅਤੇ ਜਿਹੜੇ ਪਹਿਲੋਂ ਵੀ ਭੈੜੇ ਸਨ ਉਹ ਅੱਜ ਵੀ ਉਸ ਤਰ੍ਹਾਂ ਭੈੜੇ ਹੈਗੇ ਨੇ। ਪਹਿਲੋਂ ਵੀ ਚੰਗੇ ਲੋਕ ਹੈਗੇ ਸਨ, ਅੱਜ ਵੀ ਜਿਹੜੇ ਅੱਛੇ ਇੱਜ਼ਤਦਾਰ ਲੋਕ ਹੁੰਦੇ ਸਨ, ਉਹ ਆਪਣੀ ਨੂੰਹਾਂ ਨੂੰ ਬੜਾ ਇੱਜ਼ਤ ਦਿੰਦੇ ਸਨ, ਉਹ ਕਰਦੇ ਸਨ ਕਿ ਵੀ ਧੀ ਅਸੀਂ ਬਣਾ ਕੇ ਲੈ ਕੇ ਆਏ ਹਾਂ, ਤਾਂ ਅਸੀਂ ਇਸ ਤਰ੍ਹਾਂ ਨਹੀਂ, ਇਹ ਸਾਡੀ ਇੱਜ਼ਤ ਹੈ। ਨੂੰਹ ਨੂੰ ਇੱਜ਼ਤ ਸਮਝਿਆ ਜਾਂਦਾ ਸੀ, ਉਹਨੂੰ ਇੱਜ਼ਤ ਦਿੱਤੀ ਜਾਂਦੀ ਸੀ, ਉਹਨੂੰ ਇੱਜ਼ਤ ਬਣਾਇਆ ਵੀ ਜਾਂਦਾ ਸੀ, ਇੱਜ਼ਤ ਸਮਝਿਆ ਵੀ ਜਾਂਦਾ ਸੀ। ਅੱਛੇ ਜਿਹੜੇ ਲੋਕ ਹੁੰਦੇ ਸਨ, ਜਿਹੜੇ ਇੱਜ਼ਤਾਂ ਵਾਲੇ, ਉਹ ਆਪਣੀ ਕੋਈ ਐਸੀ ਗੱਲ ਹੁੰਦੀ ਸੀ ਆਪਣੇ ਬੇਟੇ ਨੂੰ ਕਹਿਣਾ ਕਿ ਨਹੀਂ ਵੀ ਤੂੰ ਇਸ ਤਰ੍ਹਾਂ ਨਾ ਕਰ, ਇਹ ਨੂੰਹ ਹੈ, ਇਹ ਸਾਡੀ ਨੂੰਹ ਨਹੀਂ ਹੈ, ਸਾਡੀ ਧੀ ਹੈ, ਸਾਡੀ ਇੱਜ਼ਤ ਹੈ। ਤੋ ਇੱਜ਼ਤ ਦਾ ਲਫ਼ਜ਼ ਜਿਹੜੇ ਇੱਜ਼ਤ ਵਾਲਾ ਇੱਜ਼ਤ ਦਾ ਲਫ਼ਜ਼ ਇਸਤੇਮਾਲ ਕਰਦਾ, ਜਿਹਨੂੰ ਇੱਜ਼ਤ ਦਾ ਮਤਲਬ ਪਤਾ ਹੋਏਗਾ ਕਿ ਇੱਜ਼ਤ ਹੁੰਦੀ ਕੀ, ਉਹ ਹੀ ਦੂਸਰੇ ਨੂੰ ਇੱਜ਼ਤ ਦੇਗਾ। ਅਤੇ ਇਸੇ ਤਰ੍ਹਾਂ ਫਿਰ ਬੱਚੀਆਂ ਵੀ ਜਿਹੜੀਆਂ ਇੱਜ਼ਤਾਂ ਵਾਲੇ ਮਾਂ ਬਾਪ ਦੀਆਂ ਸਿੱਖ ਕੇ ਜਾਂਦੀਆਂ ਸਨ ਚੀਜ਼ਾਂ, ਉਹ ਫਿਰ ਅਗਲੀਆਂ ਦੇ ਉਹਨੂੰ ਇੱਜ਼ਤ ਦਿੰਦੀਆਂ ਸਨ ਕਿ ਬੜੇ ਨੇ, ਜੋ ਉਹਨਾਂ ਨੇ ਕਹਿ ਦਿੱਤਾ, ਕੋਈ ਸਖਤ ਸੁਸਤ ਗੱਲ ਕਦੀ ਕਹਿ ਵੀ ਦਿੱਤੀ ਤੇ ਕਹਿਣਾ ਕਿ ਚਲੋ ਕੋਈ ਗੱਲ ਨਹੀਂ। ਮੇਰੇ ਪੇਰੈਂਟਸ ਵੀ ਤਾਂ ਕਦੀ ਮੈਨੂੰ ਕਹਿ ਦਿੰਦੇ ਸਨ, ਲੇਕਿਨ ਉਹ ਆਪਣਾ ਦਿਲ ਨਹੀਂ ਖਰਾਬ ਕਰਦੀਆਂ ਸਨ, ਦਰਗੁਜ਼ਰ ਬੜਿਆਂ ਦੀ ਗੱਲ ਨੂੰ ਕਰ ਦਿੱਤਾ ਜਾਂਦਾ ਸੀ, ਕਿਉਂਕਿ ਉਸ ਜ਼ਮਾਨੇ ਵਿੱਚ ਬੜੇ ਥੋੜ੍ਹੇ ਸਖਤ ਤਬੀਅਤ ਹੀ ਹੁੰਦੇ ਸਨ। ਇਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਬੜੇ ਜਿਹੜੇ ਤੁਹਾਡੇ ਪੇਰੈਂਟਸ ਨੇ ਜਾਂ ਤੁਹਾਡੇ ਜੋ ਨੇ, ਇੰਨੀ ਫਰੈਂਡਸ਼ਿਪ ਬੱਚਿਆਂ ਦੇ ਨਾਲ, ਔਰ ਇੰਨੀਆਂ ਅੱਛੀ ਦੋਸਤਾਨਾ ਮਾਹੌਲ ਹੁੰਦਾ ਵੇ। ਪਹਿਲੇ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ, ਬੜੇ ਜ਼ਰਾ ਆਪਣਾ ਰਵੱਈਆ ਸਖਤੀ ਰੱਖਦੇ ਸਨ। ਇਸ ਤਰ੍ਹਾਂ ਫਿਰ ਬੱਚੀਆਂ ਫਿਰ ਆਹਿਸਤਾ ਆਹਿਸਤਾ ਆਪਣੇ ਕਦਮ ਜਮਾਉਂਦੀਆਂ ਸਨ, ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਸੀ ਬੱਚੀਆਂ ਆਪਣੀ ਖਿਦਮਤ ਦੇ ਨਾਲ ਬਹੁਤ ਜਲਦੀ ਦਿਲ ਜਿੱਤ ਦਿੰਦੀਆਂ ਸਨ ਕਿ ਬੜਿਆਂ ਨੂੰ ਪਾਣੀ ਦੇਣਾ ਵੀ ਸਭ ਤੋਂ ਬੜਾ ਹੁੰਦਾ ਸੀ। ਕਿ ਜੋ ਨਵੀਂ ਨਵੀਂ ਜਿਹੜੀ ਦੁਲਹਨ ਆਉਂਦੀ ਸੀ, ਉਹਦਾ ਫਿਰ ਦੇਖਿਆ ਜਾਂਦਾ ਸੀ ਤੌਰ ਤਰੀਕਾ ਕੀ, ਸਾਡੇ ਤਰੀਕਿਆਂ 'ਚ ਢਲਦੀ ਪਈ ਕਿ ਨਹੀਂ। ਜ਼ਿਆਦਾਤਰ ਬੱਚੀਆਂ ਨੂੰ ਇਹ ਬਹੁਤ ਅੱਛੀ ਖੂਬੀ ਸਮਝੀ ਜਾਂਦੀ ਸੀ ਕਿ ਘਰ ਦਾ ਕੋਈ ਬਜ਼ੁਰਗ ਆਇਆ, ਉਹ ਫਟਾਫਟ ਦੌੜ ਕੇ ਜਾ ਕੇ ਲਿਆ ਕੇ ਪਾਣੀ ਦੇ ਦਿੰਦੀ ਸੀ ਕਿ ਅੱਬਾ ਜੀ ਲਓ ਪਾਣੀ ਪੀਓ ਤੁਸੀਂ। ਕੋਈ ਜੇਠ ਬੜਾ ਆਇਆ ਵੇ, ਉਹਨੂੰ ਪਾਣੀ ਦੇ ਦਿੱਤਾ, ਅਤੇ ਉਹਨੂੰ ਰੋਟੀ ਪਾਣੀ ਪੁੱਛਿਆ ਕਿ ਵੀ ਬੈਠੋ, ਕੋਈ ਚਾਹ ਦਾ ਟਾਈਮ ਹੈ, ਚਾਹ ਫਟਾਫਟ ਬਣਾ ਕੇ ਲੈ ਕੇ ਆ ਜਾਂਦੀਆਂ ਸਨ ਬੱਚੀਆਂ। ਇਸ ਤਰ੍ਹਾਂ ਫਿਰ ਉਹ ਸਮਝਿਆ ਜਾਂਦਾ ਸੀ ਕਿ ਬੜੀ ਅੱਛੀ ਬੱਚੀ ਹੈ, ਦੇਖੋ ਆਉਂਦਿਆਂ ਨੂੰ ਇਹਨੂੰ ਪਾਣੀ ਪੁੱਛਿਆ। ਪਾਣੀ ਪੁੱਛਣ ਦਾ ਤਾਂ ਇੰਨੀ ਤਾਕੀਦ ਹੁੰਦੀ ਸੀ। ਸਾਡੇ ਕੋਈ ਆਉਂਦਾ ਸੀ ਵੀ ਸਾਦਾ ਜਿਹੜਾ ਬਾਹਰੋਂ ਆਇਆ, ਕਿਉਂਕਿ ਲੋਕ ਜ਼ਿਆਦਾਤਰ ਪੈਦਲ ਚੱਲ ਕੇ ਆਉਂਦੇ ਸਨ, ਉਹ ਸਵਾਰੀ ਨਹੀਂ ਹੁੰਦੀ ਸੀ। ਸਭ ਤੋਂ ਪਹਿਲਾਂ ਹੁੰਦਾ ਸੀ ਕਿ ਘਰ ਜਿਹੜਾ ਦਾਖਲ ਹੋਇਆ ਉਹਨੂੰ ਪਾਣੀ ਪਿਲਾਓ, ਅਤੇ ਅੱਛੀ ਬੱਚੀਆਂ ਦੀ ਨਿਸ਼ਾਨੀ ਇਹ ਸਮਝੀ ਜਾਂਦੀ ਸੀ ਕਿ ਜਿਹੜੀਆਂ ਫਟਾਫਟ ਪਾਣੀ ਲਿਆ ਕੇ ਅਗਲੇ ਨੂੰ ਪੇਸ਼ ਕਰ ਦਿੰਦੀਆਂ ਸਨ। ਜ਼ਰੂਰੀ ਨਹੀਂ ਕਿ ਤੁਸੀਂ ਸ਼ਰਬਤ ਬਣਾਓ, ਜ਼ਰੂਰੀ ਨਹੀਂ ਤੁਸੀਂ ਕਿ ਕੋਈ ਕੋਕਾ ਕੋਲਾ ਲੈ ਕੇ ਆਵੋ, ਕੋਕਾ ਕੋਲਾ ਪਿਲਾ ਦੇ, ਅਤੇ ਕੋਕਾ ਕੋਲਾ ਪਿਲਾਉਣ ਦੀ ਜ਼ਰੂਰਤ ਕੋਈ ਨਹੀਂ ਬਈ, ਤੁਸੀਂ ਸਾਦਾ ਪਾਣੀ ਪਿਲਾ ਦਿੰਦੇ ਸਨ ਅਤੇ ਦਿਲ ਜਿੱਤ ਲੈਂਦੇ ਸਨ। ਦੇਖੋ ਦਿਲ ਜਿੱਤਣੇ ਕਿੰਨੇ ਆਸਾਨ ਨੇ ਕਿ ਬੜਿਆਂ ਦੀ ਥੋੜ੍ਹੀ ਜਿਹੀ ਇੱਜ਼ਤ ਕਰ ਲਵੋ, ਉਹਨਾਂ ਦੇ ਥੋੜ੍ਹਾ ਉਹਨਾਂ ਨੂੰ ਇੱਜ਼ਤ ਦੇਵੋ, ਉਹਨਾਂ ਦੀ ਛੋਟੀ ਛੋਟੀ ਚੀਜ਼ਾਂ ਦਾ ਖਿਆਲ ਰੱਖੋ, ਅਤੇ ਆਪ ਹੀ ਉਹ ਬੜੇ ਜਿਹੜੇ ਨੇ ਫਿਰ ਨਿਛਾਵਰ ਹੋ ਜਾਂਦੇ ਸਨ ਤੁਹਾਡੇ 'ਤੇ ਕਿ ਬਈ ਇਹ ਸਾਡੀ ਧੀ ਹੈ, ਉਹ ਬੜਾ ਖਿਆਲ ਕਰਦੇ ਸਨ। ਅਤੇ ਇਸੇ ਤਰ੍ਹਾਂ ਹੀ ਉਹ ਕਹਿੰਦੇ ਨੇ ਜੀ ਨੂੰ ਜੀ ਹੈ, ਅਤੇ ਜੇ ਤੁਸੀਂ ਕਿਸੇ ਨੂੰ ਜੀ ਕਹੋਗੇ, ਅੱਗੋਂ ਜੀ ਕਵਾ ਲਵੋਗੇ। ਅਤੇ ਇਸ ਤਰ੍ਹਾਂ ਬੜਿਆਂ ਦੀ ਜੋ ਬੱਚੀਆਂ ਇੱਜ਼ਤ ਕਰਦੀਆਂ ਨੇ, ਉਹ ਫਿਰ ਜ਼ਰੂਰ ਆਪਣਾ ਮੁਕਾਮ ਬਣਾ ਲੈਂਦੀਆਂ ਨੇ। ਅਤੇ ਕੁਛ ਅਗਰ ਜ਼ਿੰਦਗੀ ਵਿੱਚ ਸਖਤੀਆਂ ਵੀ ਆਉਂਦੀਆਂ ਨੇ, ਅਤੇ ਉਹ ਫਿਰ ਝੇਲ ਜਾਂਦੀਆਂ ਸਨ ਬੱਚੀਆਂ, ਆਪਣੇ ਵਕਤ ਗੁਜ਼ਾਰ ਲੈਂਦੀਆਂ ਸਨ। ਇਸ ਤਰ੍ਹਾਂ ਉਹ ਕਹਿੰਦੇ ਕਿ ਹਰ ਦੌਰ ਵਿੱਚ ਅੱਛਾਈ ਬੁਰਾਈ ਉਸ ਦੌਰ 'ਚ ਵੀ ਸੀ, ਅੱਜ ਵੀ ਅੱਛੇ ਲੋਕ ਉਸ ਦੌਰ 'ਚ ਵੀ ਸਨ, ਅੱਜ ਵੀ ਨੇ, ਬੁਰੇ ਉਸ ਦੌਰ ਵੀ ਸਨ। ਇਹ ਚੀਜ਼ਾਂ ਮੁੱਕਦੀਆਂ ਨਹੀਂ ਨੇ ਕਦੀ ਵੀ, ਅਤੇ ਬਸ ਇਨਸਾਨ ਨੂੰ ਇਹਨਾਂ ਚੀਜ਼ਾਂ ਨੂੰ ਨਾਲ ਨਾਲ ਲੈ ਕੇ, ਬੁਰਾਈ ਤੋਂ ਬਚ ਕੇ ਅੱਛਾਈ ਨੂੰ ਨਾਲ ਨਾਲ ਲੈ ਕੇ ਚੱਲਣਾ ਪੈਂਦਾ ਵੇ। ਫਿਰ ਸ਼ਾਦੀशुदा ਜ਼ਿੰਦਗੀ ਫਿਰ ਉਹ ਇੱਕ ਇਮਤਿਹਾਨ ਹੁੰਦਾ ਵੇ, ਲੜਕੀ ਦਾ ਵੀ ਲੜਕੇ ਦਾ ਵੀ। ਇਹ ਦੋਨੋਂ ਪਹਿਲੇ ਆਪਸ 'ਚ ਆਪਣੀ ਜਿਹੜੀ ਇਹ ਮੁਹੱਬਤ ਪੈਦਾ ਕਰਨ, ਇੱਕ ਦੂਸਰੇ ਨਾਲ ਦੋਸਤਾਨਾ ਰਵੱਈਆ ਰੱਖਣ, ਇੱਕ ਦੂਸਰੇ ਦਾ ਖਿਆਲ ਕਰਨ, ਔਰ ਫਿਰ ਸਾਰੇ ਦੋਨੋਂ ਫੈਮਲੀਆਂ ਨੂੰ ਲੈ ਕੇ ਚੱਲਣ। ਲੜਕੀ ਦੀ ਖੂਬੀ ਇਹ ਵੇ ਕਿ ਉਹ ਲੜਕੇ ਦੇ ਭੈਣ ਭਰਾਵਾਂ ਨੂੰ, ਉਹਦੇ ਮਾਂ ਬਾਪ ਨੂੰ, ਉਹਦੇ ਜਿੰਨੇ ਉਹਦੇ ਰਿਸ਼ਤੇਦਾਰ ਨੇ, ਉਹਨਾਂ ਨੂੰ ਇੱਜ਼ਤ ਦੇਵੇ ਕਰੇ,
ਤੇ ਉਹ ਫਿਰ ਆਪਣਾ ਮੁਕਾਬਲਾ ਇਸੇ ਤਰ੍ਹਾਂ ਲੜਕੇ ਤੇ ਵੀ ਹੁੰਦਾ ਵੇ। ਇਹ ਨਹੀਂ ਕਿ ਸਿਰਫ ਲੜਕੀ ਦੀ ਜ਼ਿੰਮੇਵਾਰੀ ਹੈ, ਲੜਕੇ ਨੂੰ ਵੀ ਚਾਹੀਦਾ ਵੇ ਕਿ ਉਹ ਕੁੜੀ ਦੇ ਵੀ ਵਿਚਾਰੇ ਮਾਂ-ਬਾਪ ਨੇ, ਭੈਣਾਂ ਭਰਾ ਨੇ, ਉਹਦੇ ਮਾਮੇ ਨੇ, ਚਾਚੇ ਨੇ, ਉਹ ਸਾਰੇ ਉਹਦੀ ਖਾਨਦਾਨ ਰੱਖਦੀ ਹੈ, ਉਹ ਵੀ ਉਹਨਾਂ ਦੀ ਇਸ ਤਰ੍ਹਾਂ ਇੱਜ਼ਤ ਕਰੇ। ਇਸ ਤਰ੍ਹਾਂ ਜਿਹੜੇ ਇੱਕ ਦੂਸਰੇ ਨੂੰ ਇੱਜ਼ਤ ਦਿੰਦੇ ਨੇ ਉਹ ਫਿਰ ਬੜੇ ਅੱਛੇ ਤਰੀਕੇ ਨਾਲ ਚੱਲਦੇ ਨੇ। ਔਰ ਇਹ ਤਰਬੀਅਤ ਦਿੱਤੀ ਜਾਂਦੀ ਸੀ। ਮੁੰਡੇ ਵੀ ਫਿਰ ਜਿਹੜੇ ਹੁੰਦੇ ਸਨ ਉਹ ਬੜੀਆਂ ਨੂੰ ਆਪਣੇ ਸਸੁਰਾਲ 'ਚ ਜਾਂਦੇ ਸਨ, ਬੜੀ ਇੱਜ਼ਤ ਦਿੰਦੇ ਸਨ, ਉਹਨਾਂ ਨੂੰ ਬੜਾ ਖਿਆਲ ਕਰਦੇ ਸਨ ਕਿ ਬੜਿਆਂ ਦਾ। ਤੇ ਇਸ ਤਰ੍ਹਾਂ ਬੜਿਆਂ ਦਾ ਤਾਂ ਇਹਤਰਾਮ ਸਿਖਾਇਆ ਹੀ ਜਾਂਦਾ ਸੀ। ਉਹ ਬੇਟਾ ਹੋਵੇ, ਬੇਟੀ ਹੋਵੇ, ਵੱਡੇ ਬਜ਼ੁਰਗਾਂ ਦਾ ਇਹਤਰਾਮ ਉਹਨਾਂ ਦਾ ਜ਼ਰੂਰ ਸਿਖਾਇਆ ਜਾਂਦਾ ਸੀ ਕਿ ਬਈ ਤੁਸੀਂ ਇਹ ਤੁਹਾਡੇ ਵੱਡੇ ਨੇ, ਤੁਸੀਂ ਇਹ ਕਰਨਾ ਵੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਫਿਰ ਜਿਹੜੀਆਂ ਨਾ ਚੱਲ ਕੇ ਬਹੁਤ ਬਹੁਤ ਹੋ ਜਾਂਦੀਆਂ ਸਨ, ਕਿਉਂਕਿ ਉਸ ਜ਼ਮਾਨੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਇੰਨਾ ਇਹ ਚੀਜ਼ਾਂ ਨਹੀਂ ਸਨ, ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਸੀ। ਮਸ਼ੀਨਾਂ ਨਾਲ ਕੰਮ ਕਰ ਲਓ, ਆਸਾਨੀਆਂ, ਤੇ ਬਹੁਤ ਇਸ ਤਰ੍ਹਾਂ ਉਦੋਂ ਹੱਥਾਂ ਨਾਲ ਕੰਮ ਕਰਨੇ ਹੁੰਦੇ ਸਨ। ਬੱਚਿਆਂ ਨੂੰ ਵੀ ਸ਼ੁਰੂ 'ਚ ਬੜੀ ਮੁਸ਼ਕਿਲਾਤ ਆਉਂਦੀਆਂ ਸਨ, ਪਰ ਐਵੇਂ ਕਿ ਫਿਰ ਉਹ ਜਿਹੜਾ ਵਕਤ ਸੀ ਉਹ ਅੱਛੇ ਤਰੀਕੇ ਨਾਲ ਗੁਜ਼ਰ ਜਾਵੇ। ਅੱਛਾ, ਤੁਸੀਂ ਜ਼ਿੰਦਗੀ ਉੱਥੇ ਗੁਜ਼ਾਰਨੀ ਹੈ ਤਾਂ ਫਿਰ ਜ਼ਿਹਨ 'ਚ ਸੋਚ ਲੈਣਾ ਚਾਹੀਦਾ ਵੇ, ਹੁਣ ਅਸੀਂ ਜ਼ਿੰਦਗੀ ਗੁਜ਼ਾਰਨੀ ਹੈ ਤੇ ਅਸੀਂ ਫਿਰ ਅੱਛੀ ਸੋਚ ਲੈ ਕੇ ਚੱਲਾਂਗੇ ਤਾਂ ਹੀ ਜ਼ਿੰਦਗੀ ਗੁਜ਼ਰੇਗੀ, ਵਰਨਾ ਨਹੀਂ ਗੁਜ਼ਰੇਗੀ। ਪਰ ਇਹ ਵੇ ਕਿ ਸਭ ਤੋਂ ਜ਼ਿਆਦਾ ਜਿਹੜਾ ਨਾ ਮੈਂ ਸਮਝਣੀ ਹਾਂ ਕਿ ਜੋ ਮੇਰਾ ਖਿਆਲ ਹੈ ਕਿ ਸ਼ੌਹਰ ਨੂੰ ਆਪਣੀ ਬੀਵੀ ਦਾ ਦੋਸਤ ਬਣ ਜਾਣਾ ਚਾਹੀਦਾ ਵੇ। ਅਗਰ ਉਹ ਦੋਸਤ ਬਣ ਜਾਂਦਾ ਵੇ ਆਪਣੀ ਬੀਵੀ ਨਾਲ, ਉਹਦਾ ਹਰ ਗੱਲ ਸ਼ੇਅਰ ਕਰਦਾ, ਜ਼ਰੂਰੀ ਨਹੀਂ ਕਿ ਲੋਕ ਕਹਿੰਦੇ ਨੇ ਅਗਰ ਬੀਵੀ ਦੀ ਗੱਲ ਬਣੇ ਕਿ ਝੁੱਡੂ ਬਣ ਗਿਆ। ਝੁੱਡੂ ਨਹੀਂ, ਦੋਸਤੀ ਇੱਕ ਹੋਰ ਚੀਜ਼ ਹੈ ਕਿ ਤੁਸੀਂ ਆਪਣੀ ਚੀਜ਼ ਨੂੰ ਵੀ ਲੈ ਕੇ ਚੱਲੋ, ਉਹਦੀ ਵੀ ਮੰਨੋ, ਉਹਦੀ ਵੀ ਕਦੀ ਮੰਨ ਲਓ, ਕਦੀ ਆਪਣੀ ਮਨਵਾ ਲਵੋ, ਲੇਕਿਨ ਐਵੇਂ ਕਿ ਦੋਸਤਾਨਾ ਮਾਹੌਲ ਵਿੱਚ ਚੱਲੋ। ਜਿਹੜੇ ਮੈਂ ਦੇਖਿਆ ਸ਼ੌਹਰ ਬਹੁਤ ਜ਼ਿਆਦਾ ਆਪਣੀ ਬੀਵੀਆਂ 'ਤੇ ਬਹੁਤ ਜ਼ਿਆਦਾ ਸਖਤੀ ਕਰਦੇ ਨੇ, ਬਹੁਤ ਜ਼ਿਆਦਾ ਬਸ ਸ਼ੌਹਰ ਜਿਹੜੇ ਨੇ ਉਹ ਤਸ਼ੱਦਦ ਵੀ ਕਰ ਦਿੰਦੇ ਨੇ ਆਪਣੀ ਬੀਵੀਆਂ 'ਤੇ। ਦੋ ਚਾਰ ਚਪੇੜਾਂ ਉਹਨਾਂ ਨੂੰ ਮਾਰ ਦੇਣੀਆਂ, ਉਹਨਾਂ ਵਾਸਤੇ ਕੋਈ ਗੱਲ ਹੀ ਨਹੀਂ ਹੁੰਦੀ ਕਿ ਅਗਲੇ ਦੀ ਦੇਖਣਾ ਨਹੀਂ। ਤੇ ਉਹ ਇਸ ਤਰ੍ਹਾਂ ਫਿਰ ਜਿਹੜਾ ਨਾ ਔਰਤ ਮਜਬੂਰਨ ਤੇ ਤੁਹਾਡੇ ਨਾਲ ਰਹਿੰਦੀ ਹੈ ਕਿ ਉਹ ਅੱਜ ਦੀ ਬੱਚੀ ਇਸ ਤਰ੍ਹਾਂ ਵੇ ਕਿ ਦੇਖੋ, ਉਹ ਫਿਰ ਕਹਿੰਦੀ ਕਿ ਮੈਂ ਐਸੇ ਸ਼ੌਹਰ ਨਾਲ ਸਾਫ਼ ਕਹਿ ਦਿੰਦੀ ਮੈਂ ਗੁਜ਼ਾਰਾ ਨਹੀਂ ਹੈ ਮੇਰਾ, ਉਹ ਅਲੱਦਗੀ ਦੀ ਤਰਫ ਚਲੀ ਜਾਂਦੀ ਹੈ। ਲੇਕਿਨ ਉਸ ਜ਼ਮਾਨੇ 'ਚ ਇਹ ਔਰਤਾਂ ਇਸ ਤਰ੍ਹਾਂ ਹੀ ਗੁਜ਼ਾਰੇ ਕਰਦੀਆਂ ਸਨ। ਪਰ ਐਵੇਂ ਕਿ ਅਗਰ ਉਹ ਹੀ ਰਿਸ਼ਤਾ ਤੁਸੀਂ ਪਿਆਰ ਮੁਹੱਬਤ ਦੇ ਨਾਲ ਅਪਣਾਵੋ ਤੇ ਕਿੰਨਾ ਅੱਛਾ ਵੇ ਕਿ ਤੁਸੀਂ ਰਹਿਣਾ ਵੇ, ਤੁਹਾਡੀ ਔਲਾਦ ਅੱਗੋਂ ਹੋਣੀ ਹੈ, ਤੁਸੀਂ ਉਹ ਇੱਕ ਨਸਲ ਨੂੰ ਲੈ ਕੇ ਚੱਲਣਾ ਵੇ, ਤੇ ਫਿਰ ਤੁਸੀਂ ਅੱਛੇ ਤਰੀਕੇ ਨਾਲ ਰਹੋ ਤੇ ਉਹ ਜ਼ਿਆਦਾ ਅੱਛਾ ਵੇ। ਬਹਿਰਹਾਲ ਇਹ ਵੇ ਕਿ ਇਹ ਤੇ ਹੁਣ ਮੈਂ ਮਕਲਾਵੇ ਤੋਂ ਚੱਲੀ ਸਾਂ, ਕਿਉਂਕਿ ਮਕਲਾਵਾ ਤੇ ਐਸੀ ਰਸਮ ਹੈ ਕਿ ਉਹ ਛੋਟੀ ਜਿਹੀ ਮੈਂ ਤੁਹਾਨੂੰ ਦੱਸ ਦਿੱਤਾ ਕਿਸ ਤਰ੍ਹਾਂ ਹੁੰਦਾ ਸੀ, ਜੋ ਸਾਡੇ ਇਲਾਕੇ 'ਚ ਹੁੰਦਾ ਸੀ। ਹੋ ਸਕਦਾ ਕਿਸੇ ਇਲਾਕਿਆਂ 'ਚ ਹੋਰ ਵੀ ਕੋਈ ਰਸਮ ਹੋਵੇ, ਮੈਂ ਤੇ ਆਪਣੇ ਹਿਸਾਬ ਨਾਲ ਦੱਸ ਦਿੱਤਾ। ਲੇਕਿਨ ਮੈਂ ਇਹ ਬਸ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਬੀਵੀ ਨੂੰ ਵੀ ਕਰਨਾ ਚਾਹੀਦਾ ਖਿਆਲ ਕਿ ਸ਼ੌਹਰ ਦੀ ਖਿਦਮਤ ਕਰੇ, ਉਹਦੀ ਜੇਬ ਦੇ ਹਿਸਾਬ ਨਾਲ ਚੱਲੇ ਕਿ ਕਿੰਨੀ ਮੇਰੇ ਸ਼ੌਹਰ ਦੀ ਜੇਬ ਇਜਾਜ਼ਤ ਦਿੰਦੀ ਹੈ, ਇੰਨੇ ਮੈਂ ਅਖਰਾਜਾਤ ਕਰ ਸਕਣੀ ਹਾਂ। ਉਹ ਇਸ ਤਰ੍ਹਾਂ ਨਾ ਕਰੇ ਕਿ ਆਪਣੇ ਅਖਰਾਜਾਤ ਨੂੰ ਬਹੁਤ ਜ਼ਿਆਦਾ ਫੈਲਾ ਲਵੇ ਤੇ ਫਿਰ ਬਹੁਤ ਮੁਸ਼ਕਿਲਾਤ ਆਉਂਦੀਆਂ ਨੇ। ਤੇ ਸ਼ੌਹਰ ਨੂੰ ਵੀ ਚਾਹੀਦਾ ਵੇ ਕਿ ਬੇਜਾ ਤਸ਼ੱਦਦ ਜਾਂ ਗਾਲਮ ਗਲੋਚ, ਔਰਤ ਨੂੰ ਹਰ ਵੇਲੇ ਤਜ਼ਲੀਲ ਕਰਨਾ, ਇਹ ਨਾ ਕਰਨ। ਕਿਉਂਕਿ ਇਸ ਤਰ੍ਹਾਂ ਜਿਹੜਾ ਨਾ ਉਹ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ। ਬਹਿਰਹਾਲ ਤਸ਼ੱਦਦ ਔਰਤ 'ਤੇ ਨਹੀਂ ਹੋਣਾ ਚਾਹੀਦਾ, ਕਿਸੇ ਸੂਰਤ ਨਹੀਂ ਹੋਣਾ ਚਾਹੀਦਾ। ਮਰਦ ਪਤਾ ਨਹੀਂ ਕਿਉਂ ਔਰਤ ਨੂੰ ਮਾਰ ਕੇ, ਉਹਨੂੰ ਕਰਕੇ, ਔਰ ਉਹਨੂੰ ਫਿਰ ਸਮਝਦੇ ਨੇ ਕਿ ਅਸੀਂ ਇੱਕ ਬਹੁਤ ਵੱਡੀ ਚੀਜ਼, ਕੋਈ ਤਾਕਤਵਰ ਆਪਣੇ ਆਪ ਨੂੰ ਜ਼ਾਹਿਰ ਕਰਦੇ ਨੇ, ਕੀ ਕਰਦੇ ਨੇ। ਬਹਿਰਹਾਲ ਇਹ ਵੀ ਕਿ ਤੁਸੀਂ ਅਗਰ ਇਹ ਚੀਜ਼ਾਂ ਨਾ ਹੋਣ ਤੇ ਫਿਰ ਜ਼ਿੰਦਗੀ ਜ਼ਿਆਦਾ ਅੱਛੀ ਗੁਜ਼ਰਦੀ। ਬੀਵੀ ਨੂੰ ਇੱਜ਼ਤ ਦੇਵੋ, ਬੀਵੀ ਨੂੰ ਵੀ ਇਨਸਾਨ ਸਮਝੋ, ਪੈਰ ਦੀ ਜੁੱਤੀ ਨਾ ਸਮਝੋ। ਪਹਿਲੇ ਕਈ ਹੁੰਦਾ ਸੀ ਕਿ ਕਹਿੰਦੇ ਸੀ ਕਿ ਬੀਵੀ ਹੈ ਤਾਂ ਪੈਰ ਦੀ ਜੁੱਤੀ ਹੈ ਜੀ, ਇਹਨੂੰ ਪੈਰ ਦੀ ਜੁੱਤੀ ਦਾ ਦਰਜਾ ਦਿੱਤਾ ਜਾਂਦਾ ਸੀ। ਉਹ ਪੈਰ ਦੀ ਜੁੱਤੀ ਨਹੀਂ, ਉਹ ਤੁਹਾਡੀ ਬੀਵੀ, ਤੇ ਉਹਨੂੰ ਬੀਵੀ ਦਾ ਜਿਹੜਾ ਨਾ ਦਵੋ, ਮੁਕਾਮ ਦਵੋ, ਆਪਸ ਪਿਆਰ ਮੁਹੱਬਤ ਨਾਲ ਰਹੋ। ਤੇ ਬਿਲਕੁਲ ਸ਼ੌਹਰ ਨੂੰ ਹੱਕ ਜਿਹੜਾ ਨਾ ਜਿਹੜਾ ਔਰਤਾਂ ਨੂੰ ਤਾਨੇ ਦੇਣੇ ਔਰ ਇਸ ਤਰ੍ਹਾਂ ਕਰਨਾ, ਉਹ ਫਿਰ ਔਰਤਾਂ ਜਿਹੜੀਆਂ ਨਾ ਬੜੀ ਜ਼ਹਿਨੀ ਅਮਰਾਜ਼ ਦਾ ਸ਼ਿਕਾਰ ਹੋ ਜਾਂਦੀਆਂ ਨੇ। ਮੈਂ ਕਈ ਦੇਖਿਆ ਕਿ ਉਹ ਜ਼ਹਿਨੀ ਅਮਰਾਜ਼ ਦਾ ਸ਼ਿਕਾਰ ਹੋ ਜਾਂਦੀਆਂ। ਉਹ ਤਾਂ ਹਰ ਵਕਤ ਜਦੋਂ ਤੁਸੀਂ ਤਨਕੀਦ ਸੁਣਦੇ ਹੋ, ਹਰ ਵਕਤ ਤਨਕੀਦ ਸੁਣਦੇ ਹੋ, ਉਹ ਫਿਰ ਅੰਦਰ ਹੀ ਅੰਦਰ ਬੜੇ ਮਸਾਇਲ ਪੈਦਾ ਹੋ ਜਾਂਦੇ ਨੇ।
ਤੇ ਬਹਰਾਲ ਇਹ ਤੇ ਚੀਜ਼ਾਂ ਐਵੇਂ ਪਤਾ ਨਹੀਂ ਮੈਂ ਕਿੱਥੋਂ ਜ਼ਿਕਰ ਛੇੜ ਬੈਠੀ ਤੇ ਇਹਨਾਂ ਚੀਜ਼ਾਂ ਦਾ। ਤੇ ਮੁਕਲਾਵੇ ਦੇ ਹਵਾਲੇ ਨਾਲ ਗੱਲ ਸੀ, ਛੋਟੀ ਜੀ ਰਸਮ ਸੀ। ਸਾਡੀਆਂ ਰਸਮਾਂ ਬੜੀਆਂ ਚੰਗੀਆਂ ਨੇ ਤੇ ਸ਼ਾਦੀ ਵਿਆਹ ਦੇ ਹਵਾਲੇ ਨਾਲ ਜੋ ਸਾਦੀਆਂ ਸਾਡੀਆਂ ਰਸਮਾਂ ਨੇ, ਅੱਲਾ ਕਰੇ ਮੈਂ ਤੇ ਇੰਨੀ ਦੁਆ ਮੰਗਣੀ ਪਈ ਆ, ਯਕੀਨ ਮੰਨੋ ਕਿ ਕੋਈ ਖਾਨਦਾਨ 'ਚ ਸ਼ਾਦੀ ਆਵੇ ਤੇ ਅਸੀਂ ਕੀ ਕਹਿੰਦੇ ਨੇ ਕੋਈ ਆਪਣੀ ਉਹ ਰਸਮਾਂ ਕਰੀਏ, ਉਹ ਕਰੀਏ। ਮੇਰਾ ਬੜਾ ਦਿਲ ਕਰ ਰਿਹਾ ਕਿ ਕੋਈ ਸ਼ਾਦੀ ਖਾਨਦਾਨ 'ਚ ਆਵੇ ਤੇ ਅਸੀਂ ਵੀ ਆਪਣੇ ਰਸਮਾਂ ਕਰੀਏ, ਕਿਉਂਕਿ ਇਹਨਾਂ ਚੀਜ਼ਾਂ 'ਚ ਬਹੁਤ ਮਜ਼ਾ ਆਉਂਦਾ ਵੇ। ਬਸ ਸਕੂਨ ਦਾ ਬੜਾ ਇੱਕ ਜਦੋਂ ਪੂਰੀ ਫੈਮਿਲੀ ਇਕੱਠੀ ਹੁੰਦੀ ਹੈ ਨਾ, ਉਦੋਂ ਬੜਾ ਤੁਸੀਂ ਇੰਜੋਏ ਕਰਦੇ ਹੋ। ਤੇ ਇਹ ਖੁਸ਼ੀਆਂ ਦੇ ਮੌਕੇ ਹੁੰਦੇ ਨੇ, ਸ਼ਾਦੀ ਵਿਆਹ ਮੰਗਣੀ ਹੈ, ਇਹ ਸਾਡੀਆਂ ਚੀਜ਼ਾਂ ਤੇ ਇਹਨਾਂ ਨੂੰ ਭਰਪੂਰ ਇੰਜੋਏ ਵੀ ਕਰਨਾ ਚਾਹੀਦਾ ਵੇ। ਤੇ ਇਹ ਯਾਦਾਂ ਜਿਹੜੀਆਂ ਨੇ ਫਿਰ ਅਸੀਂ ਤੋਂ ਹੀ ਸਰ ਦੇਖੋ ਇੰਨੇ ਸਾਲ ਪੁਰਾਣੀਆਂ ਗੱਲਾਂ, ਜੋ ਚੀਜ਼ਾਂ ਉਹ ਕਿਸ ਤਰ੍ਹਾਂ ਯਾਦ ਨੇ, ਉਹਨਾਂ ਨੂੰ ਅਸੀਂ ਭੁੱਲੇ ਨਹੀਂ ਹੈ। ਤੇ ਹੁਣ ਫਿਰ ਅਸੀਂ ਚੱਲਦੇ ਹਾਂ ਮਕਲਾਵੇ ਦੇ ਹਵਾਲੇ ਨਾਲ। ਸਾਡੀ ਖਾਸੀ ਗੱਲ ਹੋ ਗਈ, ਲੰਬੀ ਹੋ ਗਈ, ਮੈਂ ਤੇ ਵਿੱਚ ਦੂਜਾ ਵੀ ਪਤਾ ਨਹੀਂ ਕੀ ਲੈਕਚਰ ਦੇ ਦਿੱਤਾ। ਤੇ ਉਹ ਬੰਦਿਆਂ ਨੇ ਫਿਰ ਵੀ ਨਹੀਂ ਸੁਧਰਨਾ, ਜਿਹੜੇ ਬੰਦੇ ਇਹੋ ਜਿਹੇ ਹੁੰਦੇ ਨੇ ਨਾ, ਉਹ ਨਹੀਂ ਸੁਧਰਦੇ ਬਈ। ਉਹ ਕੀ ਕਹਿੰਦੇ ਨੇ ਸਾਥ, ਕੁਝ ਔਰਤਾਂ ਵੀ, ਹਾਂ ਇਹ ਮੈਂ ਕਹਿੰਦੀ ਕੁਝ ਔਰਤਾਂ ਵੀ ਬੜੀਆਂ ਟੇੜੀਆਂ ਹੁੰਦੀਆਂ ਨੇ, ਇੰਨੀ ਜ਼ੁਬਾਨ ਚਲਾਉਂਦੀਆਂ ਨੇ ਬੰਦਿਆਂ ਦੇ ਅੱਗੇ ਕਿ ਉਹ ਫਿਰ ਬੰਦਾ ਵਿਚਾਰਾ ਉੱਥੇ ਮਾਸੂਮ ਹੁੰਦਾ ਵੇ। ਤੇ ਉਹ ਕਹਿੰਦੇ ਰੰਗ ਦੀ ਦੁਨੀਆ, ਅੱਲਾ ਨੇ ਪੰਜੋ ਉਂਗਲਾਂ ਬਰਾਬਰ ਨਹੀਂ ਬਣਾਈਆਂ ਤੁਹਾਡੀਆਂ, ਹਰ ਉਂਗਲ ਦਾ ਸਾਈਜ਼ ਅਲੱਗ ਹੈ, ਇਸ ਤਰ੍ਹਾਂ ਹਰ ਬੰਦਾ ਅਲੱਗ ਹੈ। ਤੇ ਕਿਸੇ ਜਗ੍ਹਾ ਔਰਤ ਬਹੁਤ ਬਦ ਜ਼ੁਬਾਨ ਹੁੰਦੀ ਹੈ। ਮੈਂ ਐਸੀ ਗੱਲ ਨਹੀਂ ਕਰ ਰਹੀ ਕਿ ਮਰਦ ਹੀ ਜ਼ਾਲਮ ਨੇ, ਕਿਸੇ ਜਗ੍ਹਾ ਔਰਤ ਇੰਨੀ ਬਦ ਜ਼ੁਬਾਨ ਹੁੰਦੀ ਹੈ, ਬੰਦਾ ਵਿਚਾਰਾ ਆਪਣੀ ਇੱਜ਼ਤ ਬਚਾਉਂਦਾ ਫਿਰਦਾ ਹੈ। ਇਹ ਮੁਸੀਬਤ ਚੜੇਲ ਮੇਰੇ ਪਿੱਛੇ ਪੈ ਗਈ ਹੈ ਤੇ ਹੁਣ ਮੈਂ ਇਹਦੇ ਕੋਲ ਆਪਣੀ ਜਾਨ ਕਿਸ ਤਰ੍ਹਾਂ ਛੁਡਾਵਾਂ, ਤੇ ਇਹਦਾ ਨਿਬਾਹ ਕਰਨਾ, ਤਾਂ ਆਪਣਾ ਬਸ ਇੱਜ਼ਤ ਬਚਾਉਂਦਾ ਫਿਰਦਾ। ਤੇ ਇਸ ਤਰ੍ਹਾਂ ਹੀ ਜਿਹੜੀਆਂ ਔਰਤਾਂ ਕੁਛ ਹੁੰਦੀਆਂ ਨੇ, ਉਹ ਵੀ ਕਹਿੰਦੀਆਂ ਨੇ ਕਿ ਇਹ ਜਿਹੜਾ ਜਿੰਨ ਭੂਤ ਸਾਡੇ ਗਲੇ ਪੈ ਗਿਆ ਵੇ, ਜਿਹੜਾ ਵੇ, ਤੇ ਹੁਣ ਕੀ ਕਰੀਏ। ਉਹ ਵਿਚਾਰੀਆਂ ਆਪਣੀ ਇੱਜ਼ਤ ਬਚਾਉਂਦੀਆਂ ਫਿਰਦੀਆਂ ਨੇ। ਤੇ ਇਸ ਤਰ੍ਹਾਂ ਫਿਰ ਜਿਹੜਾ ਨਾ ਚੱਲਦਾ ਵੇ। ਬਹਰਹਾਲ ਅੱਛਾ ਤਰੀਕਾ ਤੇ ਆਈਏ ਕਿ ਦੋਸਤਾਨਾ ਮਾਹੌਲ ਰੱਖੋ, ਇੱਕ ਦੂਸਰੇ ਨੂੰ ਨਾਲ ਲੈ ਕੇ ਚੱਲੋ। ਤੇ ਉਹਦਾ ਬਹੁਤ ਸਾਰੇ ਲੋਕ ਕਰਦੇ ਨੇ ਇਸ ਤਰ੍ਹਾਂ ਕਿ ਆਪਣੇ ਜਿਹੜੇ ਆਪਣੀ ਬੀਵੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਬੜਾ ਦੋਸਤਾਨਾ ਰਵੱਈਆ ਰੱਖਦੇ ਨੇ, ਤੇ ਉਹ ਅੱਛੀ ਗੱਲ ਹੈ। ਬਹਰਹਾਲ ਚੱਲਦੇ ਆ। ਦੁਨੀਆ ਜਿਹੜੀ ਇਹਦੇ 'ਚ ਬੜੀਆਂ ਚੀਜ਼ਾਂ ਨੇ ਤੇ ਬੜਾ ਕੁਛ ਹੈ, ਹਰ ਚੀਜ਼ ਇੱਕ ਜੀ ਨਹੀਂ ਹੈ। ਤੇ ਬਾਕੀ ਹੁਣ ਫਿਰ ਅਸੀਂ ਕਿਸੇ ਨਵੇਂ ਮੌਜੂ ਦੇ ਨਾਲ ਕੱਲ ਆਉਂਦੇ ਹਾਂ, ਮਜ਼ੀਦ ਕੋਈ ਗੱਲ ਕਰਨੇ ਆ। ਦੁਨੀਆ ਮਤਲਬ ਦੀ ਓ ਯਾਰ, ਦੁਨੀਆ ਮਤਲਬ ਦੀ ਓ ਯਾਰ, ਮਤਲਬ ਹੁੰਦਾ ਤੇ ਪਿਆਰ ਵੀ ਕਰਦੇ ਜ਼ਾਲਿਮ ਦੁਨੀਆਦਾਰ। ਦੁਨੀਆ ਮਤਲਬ ਦੀ ਓ ਯਾਰ, ਦੁਨੀਆ ਮਤਲਬ ਦੀ ਓ ਯਾਰ। ਤੇ ਦੁਨੀਆ ਜੀ ਮਤਲਬ ਦੀ ਹੈ, ਮਤਲਬ ਹੁੰਦਾ ਹੈ ਤੇ ਪਿਆਰ ਵੀ ਕਰਦੇ ਨੇ ਜ਼ਾਲਿਮ ਦੁਨੀਆਦਾਰ। ਤੇ ਹੁਣ ਮੈਂ ਚੱਲਨੀ ਆ, ਤੇ ਤੁਹਾਨੂੰ ਮੇਰਾ ਸਾਥ ਅੱਛਾ ਲੱਗਿਆ ਹੋਵੇ, ਮੇਰੀ ਕੋਈ ਗੱਲ ਅੱਛੀ ਲੱਗੀ ਹੋਵੇ, ਤੇ ਫਿਰ ਤੁਸੀਂ ਮੈਨੂੰ ਲਾਈਕ ਵੀ ਕਰ ਦਿਓ, ਸਬਸਕ੍ਰਾਈਬ ਵੀ ਕਰ ਦਿਓ। ਯਕੀਨ ਮੰਨੋ ਮੈਂ ਬੁਰਾ ਬਿਲਕੁਲ ਨਹੀਂ ਮਨਾਵਾਂਗੀ। ਤੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਨੂੰ ਤੁਹਾਡੇ ਇਲਾਕਿਆਂ 'ਚ ਕੋਈ ਰਸਮ ਹੋਰ ਹੋਵੇ, ਕਿਉਂਕਿ ਮੈਨੂੰ ਬੜਾ ਸ਼ੌਕ ਹੈ। ਮੈਂ ਤਾਂ ਤੁਹਾਨੂੰ ਬਾਰ-ਬਾਰ ਕਹਿੰਦੀ ਹਾਂ ਕਿ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਹੋਰ ਕਿਹੜੀਆਂ ਰਸਮਾਂ ਨੇ। ਫਿਰ ਇਸ ਤਰ੍ਹਾਂ ਇਨਸਾਨ ਇੱਕ ਦੂਸਰੇ ਨਾਲ, ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਹਾਡਾ ਕਮੈਂਟ ਹੀ ਜਵਾਬ ਦੀ ਸ਼ਕਲ ਵਿੱਚ ਆਉਂਦਾ ਹੈ ਨਾ, ਤੇ ਫਿਰ ਮੈਨੂੰ ਪਤਾ ਚੱਲਦਾ ਕਿਹੜੇ ਇਲਾਕੇ 'ਚ ਕਿਹੜੀ ਰਸਮ ਹੈ ਜਾਂ ਕਿਹਨੂੰ ਕਿਹੜੀ ਚੀਜ਼ ਅੱਛੀ ਲੱਗ ਰਹੀ ਹੈ। ਤੇ ਹੁਣ ਫਿਰ ਚੱਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।